बिस्मिल्लाहिर्रहमानिर्रहीम अस्सलाम वालेकुम जी। मेरा नाम आयशा ਤੇ ਇਹਦੀ ਰੈਸਪੀ 'ਚ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਫਿਫੜਾ ਤੇ ਇਹ ਮਿਸੇ ਗੋਸ਼ਤ 'ਚ ਸ਼ਾਮਲ ਹੁੰਦਾ ਵਾ ਤੇ ਫਿਫੜੇ ਦੇ ਬਹੁਤ ਜ਼ਿਆਦਾ ਬੈਨੀਫਿਟ ਆ। ਉਸ ਤੋਂ ਪਹਿਲਾਂ ਚੱਲਦੇ ਹਾਂ ਰੈਸਪੀ ਦੀ ਤਰਫ। ਤੇ ਸਾਨੂੰ ਪਹਿਲਾਂ ਮੈਂ ਲਿਆ ਵਾ 1 ਕਿਲੋ ਫਿਫੜਾ ਤੇ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰ ਲਿਆ ਵਾ ਤੇ ਉਸ ਤੋਂ ਬਾਅਦ ਇਹਨੂੰ ਸੁੱਟ ਦਿੱਤਾ ਵਾ ਜੀ ਪ੍ਰੈਸ਼ਰ ਕੁੱਕਰ 'ਚ। ਅੱਛਾ, ਮੈਂ ਨਾਲ ਨਾਲ ਤੁਹਾਨੂੰ ਵੀ ਦੱਸੀ ਜਾਣੀ ਹਾਂ ਕਿ ਫਿਫੜੇ 'ਚ ਨਾ ਖੂਨ ਨਿਕਲਦੇ ਰਹਿੰਦਾ ਵਾ, ਇਸ ਲਈ ਇਹਨੂੰ ਧੋ ਕੇ ਤੇ ਛਲਣੀ 'ਚ ਹੀ ਪਾ ਲਈ ਹੋਈ ਹੈ, ਇਨਕ ਟੋਕਰੀ 'ਚ ਪਾ ਲਈ ਹੋਈ ਹੈ, ਛਾਨਣ ਵਾਲੇ ਕਿਸੇ ਵੀ ਚੀਜ਼ 'ਚ ਪਾ ਲਈ। ਅੱਛਾ, ਉਸ ਤੋਂ ਬਾਅਦ ਮੈਂ ਇਹਦੇ ਵਿੱਚ ਸਿੱਟ ਦਿੱਤੇ ਹਰੇ ਮਸਾਲੇ, ਲਸਣ, ਅਦਰਕ, ਟਮਾਟਰ ਤੇ ਰਫ ਕੱਟਿਆ ਹੋਇਆ ਪਿਆਜ਼, ਕਿਉਂਕਿ ਜਦੋਂ ਗਲਦਾ ਵਾ ਆਟੋਮੈਟਿਕਲੀ ਪਿਆਜ਼ ਵੀ ਗਲ ਜਾਂਦਾ ਵਾ ਤੇ ਟਮਾਟਰ ਮੈਂ ਇੱਦਾਂ ਹੀ ਸੁੱਟ ਦਿੱਤੇ ਆ। ਬਾਅਦ 'ਚ ਮੈਂ ਇਹਨਾਂ ਦੇ ਛਿਲਕੇ ਰਿਮੂਵ ਕਰ ਦਾਂਗੀ। ਅੱਛਾ ਜੀ, ਉਸ ਤੋਂ ਬਾਅਦ ਇਹਦੇ ਵਿੱਚ ਪਾ ਦਿੱਤਾ ਪਾਣੀ ਤੇ ਫਲੇਮ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਲਗਾ ਦਿੱਤਾ ਪ੍ਰੈਸ਼ਰ। ਤਕਰੀਬਨ 10 ਤੋਂ 15 ਮਿੰਟ ਦੇ ਦਰਮਿਆਨ ਗਲ ਜਾਂਦੀ ਹੈ ਤੇ ਆ ਲਓ ਜੀ ਮੇਰੀ ਜਿਹੜਾ ਫਿਫੜਾ ਸੀਗਾ ਗਲ ਗਿਆ। ਤੇ ਉਸ ਤੋਂ ਬਾਅਦ ਮੈਂ ਕੱਟ ਦਿੱਤੇ ਆ ਜਿਹੜੇ ਟਮਾਟਰਾਂ ਦੇ ਉੱਪਰ ਉਹਨਾਂ ਦੇ ਛਿਲਕੇ ਸੀ ਉਹ ਰਿਮੂਵ ਕਰ ਦੇਣੇ। ਫਿਰ ਜਦੋਂ ਇਹ ਬਣਾਈ ਦਾ ਨਾ, ਕਿਉਂਕਿ ਮਸਾਲਾ ਇਹਦਾ ਬਣਦਾ ਵਾ, ਸ਼ੋਰਬਾ ਵਗੈਰਾ ਨਹੀਂ ਹੁੰਦਾ ਤੇ ਇਹ ਫਿਰ ਇਹਦੇ ਜਿਹੜੇ ਛਿਲਕੇ ਆ ਟਮਾਟਰਾਂ ਦੇ ਵਿੱਚ ਆਉਂਦੇ ਰਹਿੰਦੇ, ਉਹ ਵੈਸੇ ਵੀ ਨਹੀਂ ਗਲਦੇ ਤੇ ਇਸ ਲਈ ਉਹਨਾਂ ਨੂੰ ਰਿਮੂਵ ਕਰ ਦੇਣਾ ਹੀ ਬਿਹਤਰ। ਉਸ ਤੋਂ ਬਾਅਦ ਇਹਦੇ ਵਿੱਚ ਮੈਂ ਪਾ ਦਿੱਤੇ ਆਪਣੇ ਸਪਾਈਸਿਸ, ਨਮਕ, ਮਿਰਚਾਂ, ਹਲਦੀ ਤੇ ਉਸ ਤੋਂ ਬਾਅਦ ਸੁੱਕਾ ਧਨੀਆ, ਜ਼ੀਰਾ ਪਾਊਡਰ ਤੇ ਗਰਮ ਮਸਾਲਾ। ਤੇ ਹੁਣ ਇਹਦਾ ਪਾਣੀ ਅਸੀਂ ਖੁਸ਼ ਕਰ ਲੈਂਦੇ ਹਾਂ। ਅੱਛਾ ਜੀ, ਅਸੀਂ ਸਾਰੇ ਸਪਾਈਸਿਸ ਨਾਲ ਹੀ ਜਾਣੀ ਕਿ ਜਦੋਂ ਹਰਾ ਮਸਾਲਾ ਵਿੱਚ ਪਾਈਦਾ ਵਾ ਉਦੋਂ ਸਾਰੇ ਸਪਾਈਸਿਸ ਵੀ ਵਿੱਚ ਉਹਦੇ ਪਾ ਦਈਏ। ਤੁਸੀਂ ਸਾਰੇ ਸਾਈਡਾਂ 'ਤੇ ਕੁੱਕਰ 'ਤੇ ਲੱਗ ਜਾਂਦੀ ਹੈ, ਤੁਸੀਂ ਦੇਚਗੀ 'ਚ ਬਣਾਉਂਦੇ ਹੋ ਜਾਂ ਪਤੀਲੀ 'ਚ ਬਣਾਉਂਦੇ ਹੋ, ਜਿਹਦੇ ਤੁਸੀਂ ਬਣਾਉਂਦੇ ਹੋ ਤਾਂ ਸਾਰੇ ਸਾਈਡਾਂ 'ਤੇ ਲੱਗ ਜਾਂਦੇ, ਤਾਂ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਉਹ ਵੈਸੇ ਵੀ ਉੱਪਰ ਜੇ ਸ਼ੋਰਬਾ ਹੋਵੇ ਜਾਂ ਆਹੀ ਚੀਜ਼ ਹੋਵੇ ਤਾਂ ਗਲੇ ਨੂੰ ਪੈਂਦੀ ਹੈ ਤੇ ਸਾਈਡਾਂ 'ਤੇ ਲੱਗ ਜਾਂਦੀ ਹੈ ਤੇ ਉਬੜ ਕੇ ਆਉਂਦੀ ਉੱਪਰ। ਇਸ ਲਈ ਥੋੜ੍ਹਾ ਬਿਹਤਰ ਹੋਵੇ ਕਿ ਇਹਦਾ ਪਾਣੀ ਖੁਸ਼ ਕਰਕੇ ਤੇ ਜਦੋਂ ਥੋੜ੍ਹਾ ਜਿਹਾ ਪਾਣੀ ਰਹਿ ਜਾਵੇ ਉਦੋਂ ਸਾਰੇ ਸਪਾਈਸਿਸ ਡਾਲੋ ਤੇ ਫਿਰ ਉਹ ਅੱਛੀ ਤਰ੍ਹਾਂ ਸ਼ੋਰਬੇ ਦੇ ਵਿੱਚ। ਤੇ ਜੇ ਤੁਸੀਂ ਸ਼ੋਰਬਾ ਬਣਾਉਣਾ ਵਾ ਜਾਂ ਫਿਰ ਤੁਸੀਂ ਇਹਨੂੰ ਖੁਸ਼ਕ ਰੱਖਣਾ ਵਾ, ਭੁਜੀਆ ਬਣਾਉਣੀ ਹੈ, ਤਾਂ ਉਹ ਚੀਜ਼ ਜਿਹੜੀ ਤੁਸੀਂ ਬਣਾ ਰਹੇ ਹੋ, ਸਬਜ਼ੀ ਹੈ ਜਾਂ ਗੋਸ਼ਤ ਹੈ, ਫਿਫੜਾ ਵਾ, ਕਲੇਜੀ ਹੈ, ਜਿਹੜੀ ਵੀ ਚੀਜ਼ ਆ ਉਹਦੇ ਵਿੱਚ ਆਟੋਮੈਟਿਕਲੀ ਉਹਦੇ ਵਿੱਚ ਅਬਜ਼ੋਰਬ ਹੋ ਜਾਂਦੀ ਹੈ। ਅੱਛਾ ਜੀ, ਇੱਥੇ ਮੈਂ ਪਾ ਦਿੱਤਾ ਵਾ ਆਇਲ ਤਾਂ ਕਿ ਮੈਂ ਇਹਨੂੰ ਆਇਲ ਵਿੱਚ ਭੁੰਨ ਲਵਾਂ ਤਾਂ ਕਿ ਮੇਰਾ ਪਾਣੀ ਜਿਹੜਾ ਹੋ ਗਿਆ ਸੀ ਖੁਸ਼ਕ। ਤੇ ਮੈਂ ਇੱਥੇ ਫਲੇਮ ਬਿਲਕੁਲ ਲੋ ਕੀਤਾ ਹੋਇਆ ਵਾ, ਕਿਉਂਕਿ ਜੇ ਤੁਸੀਂ ਫਲੇਮ ਹਾਈ ਕਰੋਗੇ ਨਾ ਇਹ ਬਾਰ ਚਿਪਕਣਾ ਨੀਚੇ ਪੈਂਦੇ ਦੇ ਨਾਲ, ਤੇ ਫਲੇਮ ਇਸ ਲਈ ਸਲੋ ਕਰਕੇ ਤੈਨੂੰ ਅੱਛੀ ਤਰ੍ਹਾਂ ਭੁੰਨ ਲੈਣਾ। ਤੇ ਮੈਂ ਤੁਹਾਨੂੰ ਦਿਖਾ ਵੀ ਦੇਣੀ ਹੈ ਕਿ ਮੈਂ ਫਲੇਮ ਬਿਲਕੁਲ ਵੀ ਹਾਈ ਨਹੀਂ ਕੀਤਾ ਹੋਇਆ। ਪਰ ਤੁਸੀਂ ਦੇਖਿਆ ਜੇ ਮੈਂ ਘੀ ਪਾਇਆ ਨਾ ਦੇਣ ਹਲਕਾ ਹਲਕਾ ਫਿਰ ਵੀ ਪਾਣੀ ਛੱਡਣਾ, ਇਹ ਪਾਣੀ ਵੀ ਛੱਡਦਾ ਰਹਿੰਦਾ, ਇਹ 'ਚ ਬਲੱਡ ਹੁੰਦਾ ਨਾ ਤੇ ਵੀ ਬਲੱਡ ਵੀ ਛੱਡਦਾ ਰਹਿੰਦਾ। ਅੱਛਾ, ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜੀਆਂ ਮਦਰਸ ਹੈ ਬੱਚਿਆਂ ਨੂੰ ਫੀਡ ਕਰਵਾਉਂਦੀਆਂ, ਉਹਨਾਂ ਦੇ ਫੀਡ ਵਾਸਤੇ ਬਹੁਤ ਜ਼ਿਆਦਾ ਅੱਛਾ ਹੈ। ਇਹ ਦੁੱਧ ਨੂੰ ਇਨਕਰੀਜ਼ ਕਰਦਾ ਤੇ ਉਸ ਤੋਂ ਬਾਅਦ ਹੋਰ ਵੀ ਬਹੁਤ ਜ਼ਿਆਦਾ ਅਮਰਾਜ਼, ਲੇਕਿਨ ਇਨਸਾਨਾਂ ਨਾਲੋਂ ਜ਼ਿਆਦਾ ਬਿਹਤਰ ਇਹਦਾ ਵਾ ਜਿਹੜਾ ਮੇਨ ਇਹਦਾ ਫਾਇਦਾ ਇਹੀ ਹੈ ਕਿ ਜਿਹੜੀਆਂ ਮਦਰਸ ਆਪਣੇ ਬੱਚਿਆਂ ਨੂੰ ਫੀਡ ਕਰਵਾਉਂਦੀਆਂ ਇਹਦਾ ਜ਼ਿਆਦਾ ਇਸਤੇਮਾਲ ਕਰਨ ਤੇ ਇਹ ਮਦਰ ਫੀਡਿੰਗ ਵਾਸਤੇ ਬਹੁਤ ਅੱਛਾ। ਅੱਛਾ ਜੀ, ਤੁਹਾਨੂੰ ਫਲੇਮ ਦਿਖਾ ਦਿੱਤਾ ਵਾ ਤੇ ਹੁਣ ਆ ਤੁਸੀਂ ਦੇਖ ਰਹੇ ਹੋ ਕਿ ਭੁੰਨਿਆ ਜਾ ਰਿਹਾ ਤੇ ਘੀ ਵੀ ਉੱਪਰ ਆ ਗਿਆ ਵਾ ਤੇ ਹੁਣ ਮੈਂ ਇਹਨੂੰ ਗਾਰਨਿਸ਼ ਦੇ ਉੱਪਰ ਪਾ ਦਿੱਤਾ ਵਾ ਸਬਜ਼ ਧਨੀਆ ਤੇ ਤਕਰੀਬਨ ਮੇਰਾ ਜਿਹੜਾ ਹੈਗਾ ਵਾ ਫਿਫੜਾ ਪੱਕ ਕੇ ਤਿਆਰ ਵਾ। ਲਓ ਜੀ, ਇਹਦਾ ਲਾਸਟ ਵਿਊ ਦੇਖ ਲਓ ਕਿ ਜੀ, ਅੱਲਾ ਹਾਫਿਜ਼।